ਗਰੀਬ ਨਿਵਾਸ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ। ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ। ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ। ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਾਤ ਦਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰਿਓ ਹੈ ਜਮ ਜੀਵਰਾ। ਰਹਾਉ ਕਬਿਤ ਪੜ੍ਹੇ ਪੜ੍ਹ ਕਬਿਤਾ ਮੂਏ, ਕਪੜ ਕਿਦਾਰੈ ਜਾਈ। ਜਟਾ ਧਾਰ ਤਾਰ ਜੋਗੀ ਮੂਏ, ਤੇਰੀ ਗਾਥ ਇਨਹਿ ਨ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗਢਲੇ ਕੰਚਨ ਭਾਰੀ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੁਤੇ, ਦੇਖੋ ਨਿਰਖ ਸ਼ਰੀਰਾ। ਹਰ ਕੇ ਨਾਮ ਬਿਨ ਕਿਨ ਗਤਿ ਪਾਈ, ਕਹਿ ਉਪਦੇਸ਼ ਕਬੀਰਾ। ਹਰ ਕੇ ਨਾਮ ਬਿਨ ਕਿਨ ਗਤਿ ਪਾਈ, ਕਹਿ ਉਪਦੇਸ਼ ਕਬੀਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਅੱਜ ਸੋਰਠ ਰਾਗ ਦੇ ਵਿੱਚ ਭਗਤਾਂ ਬਾਣੀ ਆਰੰਭ ਹੁੰਦੀ ਹੈ। ਸੋ ਭਗਤ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ, ਜੋ ਕਿ 654 ਅੰਕ 'ਤੇ ਸੁਸ਼ੋਭਿਤ ਹੈ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ। ਪਹਿਲੇ ਘਰ ਵਿੱਚ ਗਾਇਨ ਕਰਨ ਦਾ ਉਪਦੇਸ਼ ਹੈ। ਪਹਿਲੋ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹਨੂੰ ਬੀਜ ਮੰਤਰ ਵੀ ਕਿਹਾ ਜਾਂਦਾ ਹੈ। ਰੱਬ ਇੱਕ ਹੈ। ਓੰ ਉਹ ਪ੍ਰਕਾਸ਼ਕ ਹੈ। ਕਾਰ ਉਹ ਇੱਕ ਰਸ ਹੈ। ਸਭਨਾ ਦੀ ਵਾਗਡੋਰ ਉਸ ਦੇ ਹੱਥ ਦੇ ਵਿੱਚ ਹੈ। ਉਹ ਸੱਤ ਹੈ, ਤ੍ਰੈ ਕਾਲ ਸੱਤ ਹੈ। ਉਸ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ। ਉਸ ਦੀ ਪ੍ਰਾਪਤੀ ਕਿਵੇਂ ਹੈ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗਿਆਨ ਦੁਆਰਾ। ਗੁਰ ਗਿਆਨ ਨੂੰ ਕਿਹਾ ਜਾਂਦਾ ਹੈ, ਅਤੇ ਗੁਰਦੁਆਰਾ ਰੱਬ ਤੀਕਰ ਪਹੁੰਚਣ ਲਈ ਗੁਰੂ ਹੀ ਇੱਕ ਦਰਵਾਜ਼ਾ ਹੈ। ਮਹਾਰਾਜ ਕਬੀਰ ਸਾਹਿਬ ਜੀ ਹੁਣ ਕਿਰਪਾ ਕਰ ਰਹੇ ਨੇ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਕਬੀਰ ਸਾਹਿਬ ਜੀ ਜਦੋਂ ਇਸ ਸੰਸਾਰ 'ਤੇ ਵਿਚਰੇ ਹੈ, ਉਸ ਵਕਤ ਹਿੰਦੂ ਅਤੇ ਮੁਸਲਮਾਨ ਇਹਨਾਂ ਦੀ ਬਹੁਤ ਭਰਮਾਰ ਸੀ। ਹਿੰਦੂ ਜਲੀਲ ਹੁੰਦਾ ਸੀ, ਮੁਗਲਾਂ ਦਾ ਰਾਜ ਹੁੰਦਾ ਸੀ, ਹਿੰਦੂ ਗੁਲਾਮ ਸੀ, ਪਰ ਫਿਰ ਵੀ ਹਿੰਦੂਆਂ ਦੀ ਬਹੁਤ ਤਾਕਤ ਸੀ, ਬਹੁਤ ਜ਼ਿਆਦਾ। ਹੁਣ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਹਿੰਦੂ ਜਿਹੜਾ ਹਿੰਦੂਆਂ ਦਾ ਧਰਮ ਹੈ, ਸੋ ਉਹ ਕੀ ਹੈ ਵੀ ਬੁੱਤਾਂ ਦੀ ਉਹ ਪੂਜਾ ਕਰਦੇ ਆ। ਕਦੀ ਕਿਸੇ ਦੇਵੀ ਦਾ ਬੁੱਤ ਬਣਾਉਂਦੇ, ਕਿਸੇ ਦੇਵਤੇ ਦਾ। ਤਿੰਨ ਦੇਵਤੇ ਮੁੱਖ ਨੇ, ਬ੍ਰਹਮਾ ਵਿਸ਼ਨੂੰ ਮਹੇਸ਼। ਅਤੇ ਇਹਨਾਂ ਦੇ ਜਿਹੜੇ ਬੁੱਤ ਨੇ ਉਹ ਇਨਸਾਨ ਨੇ ਬਣਾਏ ਨੇ,
ਤੇ ਇਹਨਾਂ ਦੀ ਸੋ ਇਨਸਾਨ ਇਹ ਪੂਜਾ ਕਰਦਾ, ਹਿੰਦੂ ਲੋਕ ਇਹਨਾਂ ਦੀ ਪੂਜਾ ਕਰਦੇ ਪਏ ਨੇ। ਮੂਗੇ ਅੰਦਰੋਂ ਹੀ ਮਰ ਗਏ। ਸੋ ਭਾਵ ਅੰਦਰੋਂ ਤਾਂ ਜਿਉਣਾ ਸੀ ਨਾ, ਅੰਦਰੋਂ ਤਾਂ ਚੇਤਨਤਾ ਹੀ ਦੇ ਵਿੱਚ ਆਉਣਾ ਸੀ, ਜਾਗਣਾ ਸੀਗਾ, ਜੀਵਨ ਪਾਉਣਾ। ਜੀਵਨੋਂ ਮੈਂ ਜੀਵਨ ਪਾਇਆ। ਜੀਵਨ ਕਾਹਦੇ ਵਾਸਤੇ ਮਿਲਿਆ? ਜੀਵਨ ਪਾਉਣ ਵਾਸਤੇ। ਇਹ ਮੁਰਦੇ ਹੋ ਗਏ। ਮੁਰਦਿਆਂ ਦੀ ਪੂਜਾ ਕਰਨੀ ਤਾਂ ਮੁਰਦੇ ਹੀ ਬਣਨਾ। ਪਾਤਸ਼ਾਹ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਕੁਝ ਇਹਨਾਂ ਦੇ ਪੱਲੇ ਨਹੀਂ ਪਿਆ। ਹੁਣ ਕਿੱਥੋਂ ਉਪਦੇਸ਼ ਦੇਊ? ਬੁੱਤ ਕਿਵੇਂ ਉਪਦੇਸ਼ ਦੇਵੇਗਾ? ਬੁੱਤ ਕੀ ਦੱਸੇਗਾ? ਸੋ ਜੇ ਗੀਤਾ ਦਾ ਉਪਦੇਸ਼ ਕਹਿੰਦੇ ਆ ਜਾਂ ਰਾਮਾਇਣ ਮਹਾਭਾਰਤ ਦਾ, ਤੇ ਫਿਰ ਬੁੱਤਾਂ ਦੀ ਪੂਜਾ ਕਿਉਂ ਕਰਦੇ ਆ? ਗੀਤਾ ਦੀ ਪੂਜਾ ਕਰਨ, ਰਾਮਾਇਣ ਮਹਾਭਾਰਤ ਦੀ ਪੂਜਾ ਕਰਨ। ਉਪਦੇਸ਼ ਗੀਤਾ 'ਚੋਂ ਤੇ ਪੂਜਾ ਬੁੱਤਾਂ ਦੀ। ਸੋ ਇਹ ਤਾਂ ਠੀਕ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਫਿਰ ਜੀਏ ਨਹੀਂ, ਇਹਨਾਂ ਨੂੰ ਜੀਵਨ ਦਾਨ ਨਹੀਂ ਮਿਲਿਆ ਜੋ ਅਸਲ ਜੀਵਨ ਹੁੰਦਾ ਹੈ। ਫਿਰ ਤੁਰਕਾਂ ਦੇ ਕੋਲ ਕੁਝ ਹੈ? ਕਹਿੰਦੇ ਤੁਰਕ ਮੂਏ ਸ਼ੇਰ ਨਾਈ। ਕਹਿੰਦੇ ਇਹ ਵੀ ਗਲਤ ਪਾਸੇ ਤੁਰੇ ਹੋਏ ਨੇ। ਇਹਨਾਂ ਇੱਕ ਦਿਸ਼ਾ ਮੰਨ ਲਈ, ਇੱਕ ਦਿਸ਼ਾ ਮੰਨ ਲਿਓ ਕਿਹੜੀ? ਪੱਛਮ, ਮੱਕਾ ਕਾਬਾ ਉਹ ਪੱਛਮ ਵਾਲੇ ਪਾਸੇ ਹੈ। ਅਤੇ ਉੱਧਰ ਨੂੰ ਹੀ ਜਦੋਂ ਨਵਾਜ਼ ਦਾ ਸਮਾਂ ਹੁੰਦਾ ਅਤੇ ਸਿਰ ਨਿਵਾਉਂਦੇ ਹੈ। ਸੋ ਇੱਦਾਂ ਸਿਰ ਨੀਵਾਂ ਕਰਨ ਦੇ ਨਾਲ ਤਾਂ ਨਹੀਂ ਜੀਵਨ ਮਿਲ ਸਕਦਾ। ਅਤੇ ਮਹਾਰਾਜ ਕਹਿੰਦੇ ਜਿਉ ਹੰਤਾ ਮੇਰੇ ਗਾਹੇ ਸ਼ੀਸ਼ ਨਵਾਈਏ ਕਿਆ ਥੀ ਹੈ। ਸੋ ਹੰਕਾਰ ਨੂੰ ਨਿਭਾਉਣਾ। ਸਿਰ ਨੀਵਾਂ ਭਾਵ ਜਿਹੜਾ ਹੰਕਾਰ ਬੁੱਧ ਦਾ ਹੁੰਦਾ ਨਾ, ਆਖਰਕਾਰ ਬੁੱਧ ਦੇ ਵਿੱਚ ਹੰਕਾਰ ਆਉਂਦਾ। ਬੁੱਧ 'ਚ ਅਵਗੁਣ ਨੇ, ਬੁੱਧ 'ਚ ਗੁਣ ਨੇ। ਹੰਕਾਰ ਆਉਂਦਾ ਅਤੇ ਹੁਣ ਸਿਰ ਨੀਵਾਂ, ਬੁੱਧ ਨੂੰ ਨੀਵਾਂ ਕਰਨਾ। ਮੱਤ ਨੀਵੀਂ, ਮੱਤ ਜਿਹੜੀ ਹੈ ਸੋ ਆਪਣੀ ਨੀਵੀਂ ਰੱਖਣੀ। ਉਂਝ ਜਦੋਂ ਗੁਰਮਤਿ ਦਾ ਧਾਰਨੀ ਹੋ ਜਾਂਦਾ ਸੋ ਉਸ ਵਕਤ ਮੱਤ ਉੱਚੀ, ਮੱਤ ਨੀਵੀਂ ਤੋਂ ਭਾਵ ਸਾਰਿਆਂ ਦੇ ਨੀਵੇਂ ਬਣ ਕੇ ਰਹਿਣਾ, ਸਾਰਿਆਂ ਦੇ ਅੱਗੇ ਨੀਵੇਂ ਬਣ ਕੇ ਰਹਿਣਾ। ਜਦੋਂ ਗੁਰਮਤਿ ਨੂੰ ਧਾਰਨ ਕਰ ਲਿਆ ਉੱਚੀ ਉੱਚੀ ਦ੍ਰਿਸ਼ਟੀ ਦਾ ਮਾਲਕ ਹੋ ਜਾਂਦਾ। ਫਿਰ ਸਮ ਦ੍ਰਿਸ਼ਟੀ ਹੁੰਦੀ, ਸਾਰਿਆਂ ਨੂੰ ਇੱਕੋ ਜਿਹੇ ਦਿਸਦੇ ਨੇ। ਹੁਣ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਤੁਰਕ ਨੇ ਇਹ ਸਿਰ ਨੀਵਾਂ ਕਰ ਕਰਕੇ, ਹੁਣ ਜੇ 5 ਵਕਤ ਨਵਾਜ਼ ਹੈ ਸੋ ਕਿੰਨੀ ਵਾਰੀ ਫਿਰ ਸਿਰ ਨੀਵਾਂ ਕਰਦੇ ਨੇ। ਸੋ ਆਪਣਾ ਸਿਰ ਧਰਤੀ 'ਤੇ ਲਾਉਂਦੇ ਨੇ। ਕਹਿੰਦੇ ਜੀ ਉੱਠੇ ਨਹੀਂ, ਕਹਿੰਦੇ ਕੁਛ ਪੱਲੇ ਨਹੀਂ ਪਿਆ ਗਏ। ਕਿੰਨੇ ਜ਼ੁਲਮ ਕੀਤੇ। ਨਵਾਜ਼ਾਂ ਹੀ ਪੜ੍ਹਨੇ ਵਾਲੇ ਸੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਫੈਸਲਾ ਦਿੱਤਾ। ਕਾਜ਼ੀ ਨੇ ਦਿੱਤਾ ਅਤੇ 5 ਵਕਤ ਨਵਾਜ਼ਾਂ ਪੜ੍ਹਦਾ ਹੋਵੇਗਾ। ਔਰੰਗਜ਼ੇਬ 5 ਵਕਤ ਦਾ ਨਵਾਜੀ ਸੀਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇਹਦੇ ਹੁਕਮਾਂ ਦੇ ਨਾਲ ਸ਼ਹੀਦ ਕੀਤਾ ਜਾਂਦਾ। ਸਰਮੱਧ ਫਕੀਰ ਵਰਗੇ ਸ਼ਹੀਦ ਕਰ ਦਿੱਤੇ ਇਸਨੇ। ਆਪਣਿਆਂ ਭਰਾਵਾਂ ਅਤੇ ਪਿਓ ਦਾ ਕਾਤਲ ਔਰੰਗਜ਼ੇਬ, ਪਤਾ ਨਹੀਂ ਕਿੰਨੇ ਕੁ ਮੰਦਰ ਅਤੇ ਸੋ ਕਿੰਨਿਆਂ ਕੁ ਬ੍ਰਾਹਮਣਾਂ ਦਾ ਕਾਤਲ। ਸੋ ਇਹ ਔਰੰਗਜ਼ੇਬ ਪੱਲੇ ਪਿਆ ਕੁਝ? ਕਹਿੰਦੇ ਨਹੀਂ, ਕਹਿੰਦੇ ਕੁਝ ਪੱਲੇ ਨਹੀਂ। ਇਹ ਤਾਂ ਸਿਰ ਨੀਵਾਂ ਕਰਨ ਦੇ ਨਾਲ ਥੋੜ੍ਹੀ ਕਹਿੰਦੇ ਅੰਦਰੋਂ ਜੀ ਉੱਠਦਾ। ਕਹਿੰਦੇ ਓਇਲੇ ਜਾ ਰੇ ਓਇਲੇ ਗਾਡੇ ਤੇਰੀ ਗਾਤ ਦਹੂ ਨਾ ਪਾਈ। ਹੁਣ ਮੁਸਲਮਾਨ ਜਿਹੜੇ ਨੇ, ਜਿਹੜੇ ਹਿੰਦੂ ਨੇ, ਉਹ ਸਾੜਦੇ ਨੇ ਮੁਰਦੇ ਨੂੰ। ਓਇਲੇ ਜਾ ਰੇ ਸਾੜਦੇ ਨੇ। ਅਤੇ ਓਇਲੇ ਗਾਡੇ ਜਿਹੜੇ ਤੁਰਕ ਨੇ ਗੱਡਦੇ ਨੇ ਕਬਰ ਦੇ ਵਿੱਚ। ਕਿਉਂਕਿ ਮੁਸਲਮਾਨਾਂ ਦਾ ਇਹ ਕਹਿਣਾ ਵੀ ਇਹ ਜਦੋਂ ਕਿਆਮਤ ਦਾ ਦਿਨ ਆਉਣਾ ਇਹਨਾਂ ਨੇ ਸਾਰਿਆਂ ਮੁਰਦਿਆਂ ਨੇ ਉੱਠ ਜਾਣਾ। ਉਹ ਤਾਂ ਹੁਣ ਮਿੱਟੀ ਹੈ, ਚਾਹੇ ਉਹਨੂੰ ਸਾੜ ਦਿਓ ਅਤੇ ਚਾਹੇ ਉਹਨੂੰ ਗੱਡ ਲਓ, ਚਾਹੇ ਮਿੱਟੀ ਵਿੱਚ ਨੱਪ ਦਿਓ, ਚਾਹੇ ਪਾਣੀ ਵਿੱਚ ਰੋੜ ਦਿਓ। ਸੋ ਇਹਨੂੰ ਜੋ ਮਰਜ਼ੀ ਕਰਦੇ ਤਾਂ ਮਿੱਟੀ ਹੈ ਸਰੀਰ ਤਾਂ, ਜਦੋਂ ਵਿੱਚੋਂ ਚੇਤਨ ਸਤਾ ਨਿਕਲ ਜਾਂਦੀ ਹੈ। ਕਹਿੰਦੇ ਇੰਝ ਕਰਨ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ। ਤੇਰੀ ਗਤ ਦੁਹੂ ਨਾ ਪਾਈ। ਜਿਹੜੀ ਤੇਰੀ ਗਤ ਗਤੀ, ਜੋ ਤੇਰੀ ਚਾਲ, ਚਾਲ ਕੀ ਹੁੰਦਾ? ਚਾਲੀ। ਚਾਲੀ ਤੋਂ ਭਾਵ ਹੁੰਦੀ ਤੇਰੀ ਜੋ ਮਰਜ਼ਾਦਾ, ਤੇਰੀ ਜੋ ਅਵਸਥਾ ਹੈ ਉਸ ਨੂੰ ਦੋਨੋਂ ਹੀ ਪ੍ਰਾਪਤ ਨਹੀਂ ਹੋ ਸਕੇ। ਉਹ ਦੋਨੋਂ ਹੀ ਰਹਿ ਗਏ। ਕਹਿੰਦੇ ਮਨ ਰੇ ਸੰਸਾਰ ਅੰਧ ਗਹਿਰਾ। ਇਹ ਜਿਹੜਾ ਸੰਸਾਰ ਹੈ ਅੰਨਾ ਖੂਹ ਹੈ। ਅੰਧ ਗਹਿਰਾ, ਅੰਨਾ ਖੂਹ। ਅੰਨਾ ਖੂਹ ਉਹਨੂੰ ਕਹਿੰਦੇ ਆ ਜਿਸ ਖੂਹ ਦੇ ਆਲੇ ਦੁਆਲੇ ਮੌਣ ਹੀ ਨਹੀਂ ਹੈ, ਪਤਾ ਹੀ ਨਹੀਂ ਚੱਲਦਾ ਵੀ ਖੂਹ ਆ। ਬੰਦਾ ਤੁਰਦਾ ਉਹ ਕੇ ਵਿੱਚ ਡਿੱਗ ਜਾਂਦਾ, ਬਾਹਰ ਕੋਈ ਨਿਸ਼ਾਨੀ ਕੋਈ ਨਹੀਂ ਸੀ ਵੀ ਖੂਹ ਆ। ਇੱਦਾਂ ਹੀ ਬੰਦਾ ਸੰਸਾਰ ਦੇ ਵਿੱਚ ਕਰਦਾ ਚੰਗੇ ਕਰਮ ਆ, ਹੋ ਪੁੱਠੇ ਜਾਂਦੇ ਆ। ਇਹਨੂੰ ਪਤਾ ਹੀ ਨਹੀਂ ਵੀ ਇਹ ਪੁੱਠੇ ਕੰਮ ਮੈਂ ਕਰਦਾ ਪਿਆ। ਮੋਹ ਮਾਇਆ ਮਮਤਾ ਦੇ ਵਿੱਚ ਫਸਿਆ, ਡਿੱਗੇ ਹੋਏ ਨੇ। ਕਹਿੰਦੇ
ਸਾਰਾ ਸੰਸਾਰ ਇਸ ਅੰਨੇ ਖੂਹ ਦੇ ਵਿੱਚ, ਸੰਸਾਰ ਦੇ ਲੋਕ ਇਸ ਮੋਹ ਮਾਇਆ ਮਮਤਾ ਦੇ ਵਿੱਚ ਡਿੱਗੇ ਪਏ ਨੇ। ਕਹਿੰਦੇ ਚਾਹੁੰ ਦਿਸ ਪਸਰਿਓ ਹੈ ਜਮ ਜੀਵਰਾ। ਸੋ ਇਸ ਕਰਕੇ ਜਿਹੜਾ ਜਮ ਆ ਨਾ, ਫਾਈ ਲੈ ਕੇ ਸਾਰੇ ਪਾਸੇ ਪਸਰਿਆ ਹੋਇਆ। ਸਾਡੇ ਚਾਰੇ ਪਾਸੇ ਜਮਾਂ ਨੇ ਫਾਈ ਪਾਈ ਹੋਈ ਹੈ ਜੀ। ਉਹਦੀ ਜਿਹੜੀ ਫਾਈ ਹੈ, ਫਾਈ ਕਿੱਥੇ ਕਿੱਥੇ ਨਹੀਂ ਹੈ, ਸਾਰੇ ਪਾਸੇ ਫਾਈ ਜਮ ਦੀ। ਉਹਦੀ ਫਾਈ ਕਰਕੇ ਅੱਖਾਂ ਮਾੜਾ ਵੇਖਦੀਆਂ, ਕੰਨ ਮਾੜਾ ਸੁਣਦੇ ਹੈ, ਜੀਭਾ ਮਾੜਾ ਬੋਲਦੀ ਹੈ, ਉਹਦੀ ਫਾਈ ਕਰਕੇ ਹੀ ਹੈ। ਜਾਲ ਪਾਤਾ, ਜਾਂ ਇਹਨੂੰ ਜਾਲ ਵੀ ਕਿਹਾ ਹੋਇਆ। ਅੱਖਾਂ 'ਚ ਜਾਲ ਪਾਤਾ, ਜੀਭਾ 'ਤੇ ਜਾਲ ਪਾਤਾ, ਫਿਰ ਇਸ ਤਰ੍ਹਾਂ ਕੰਨਾਂ 'ਤੇ ਜਾਲ ਪਾਤਾ। ਜੰਮ ਦੀ ਫਾਈ ਹੈ। ਜੇ ਤਾਂ ਚੰਗਾ ਵੇਖਦਾ, ਚੰਗਾ ਬੋਲਦਾ, ਚੰਗਾ ਸੁਣਦਾ, ਉਹ ਤਾਂ ਫਾਈ ਕੱਟੀ ਗਈ, ਉਹ ਫਾਈ ਕੱਟੀ ਗਈ। ਜਿਹੜਾ ਗਿਆਨ ਇੰਦਰਿਆਂ ਤੋਂ ਫਾਈ ਕੱਟ ਲੈਂਦਾ, ਕਰਮ ਇੰਦਰਿਆਂ ਤੋਂ ਫਾਈ ਕੱਟ ਲੈਂਦਾ, ਨਾ ਹੱਥ ਮਾੜਾ ਕਰਦੇ, ਨਾ ਪੈਰ ਮਾੜੇ ਪਾਸੇ ਜਾਂਦੇ, ਫਾਈ ਕੱਟ ਲਈ ਭਾਈ, ਉਹਨਾਂ ਦੇ ਗਲੇ 'ਚ ਫਾਈ ਨਹੀਂ ਪੈਂਦੀ। ਜੋ ਜਮਾਂ ਨੇ ਰੱਸਾ ਤਿਆਰ ਕਰਕੇ ਰੱਖਿਆ ਨਾ, ਜੇ ਮਾਰੇ ਕਹਿੰਦੇ ਗਲ ਸੰਗਲ ਘੱਤ ਚਲਾਈਐ, ਅੱਗੇ ਕਰਨੀ ਕੀਰਤ ਵਾਚੀ ਹੈ, ਵੈ ਲੇਖਾ ਕਰ ਸਮਝਾਈਏ। ਜਮ ਜਿਹੜੇ ਨੇ ਗਲ ਵਿੱਚ ਫਾਈ ਪਾ ਲੈਂਦੇ ਨੇ, ਉਹਨਾਂ ਦੇ ਗਲਾਂ 'ਚ ਫਾਈ ਨਹੀਂ ਪੈਂਦੀ। ਜਿਹੜੇ ਜਿਉਂਦੇ ਜੀ ਗਿਆਨ ਇੰਦਰੇ ਅਤੇ ਕਰਮ ਇੰਦਰਿਆਂ ਤੋਂ ਫਾਈ ਕੱਟ ਲੈਂਦੇ। ਪਾਤਸ਼ਾਹ ਕਬੀਰ ਸਾਹਿਬ ਜੀ ਕਹਿੰਦੇ ਚਾਰੇ ਪਾਸੇ ਤਾਂ ਜਮਾਂ ਦੀ ਫਾਈ ਪਸਰੀ ਹੋਈ ਹੈ। ਕਹਿੰਦੇ ਰਹਾਓ ਕਬਿਤ ਪੜ੍ਹੇ ਪੜ੍ਹ ਕਬਿਤਾ ਮੂਏ, ਕਪੜ ਕੇਦਾਰ ਜਾਹਿ। ਜਿਨ੍ਹਾਂ ਦਿਨਾਂ 'ਚ ਕਬੀਰ ਸਾਹਿਬ ਜੀ ਵਿਚਰੇ ਸੰਸਾਰ ਦੇ ਵਿੱਚ, ਉਹਨਾਂ ਨੇ ਬਾਣੀ ਬਹੁਤ ਰਚੀ। ਕਬੀਰ ਸਾਹਿਬ ਜੀ ਨੇ ਬਹੁਤ ਬਾਣੀ ਰਚੀ। ਉਹਨਾਂ ਦਾ ਜੇ ਸੋ ਜਿਹੜੀ ਬਾਣੀ ਬਾਹਰ ਵੀ ਆ, ਬੜਾ ਵੱਡਾ ਗ੍ਰੰਥ ਬਣਦਾ ਕਬੀਰ ਸਾਹਿਬ ਜੀ ਨੇ ਜੋ ਰਚਿਆ, ਪਰ ਉਹਦੇ ਵਿੱਚ ਰਲਾ ਪਿਆ ਹੋਇਆ ਹੈ। ਉਹ ਦੇਖੋ ਕਬੀਰ ਸਾਹਿਬ ਦੀ ਆਪਣੀ ਇੱਥੇ ਬੋਲੀ ਆ, ਆਪਣੇ ਬਚਨ ਨੇ। ਜਦੋਂ ਕਬੀਰ ਸਾਹਿਬ ਜੀ ਬਾਣੀ ਰਚਦੇ ਸੀ, ਕਈ ਕਬੀਰ ਦੀ ਨਕਲ ਵੀ ਕਰਦੇ ਹੁੰਦੇ ਸੀ। ਜਿੱਦਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਕਲ ਕੀਤੀ ਹੈ ਨਾ, ਮਿਹਰਬਾਨ ਹੋਣਾ ਨੇ ਗ੍ਰੰਥ ਬਣਾ ਲਿਆ ਸੀ ਆਪਣਾ। ਪਹਿਲੇ ਗੁਰੂਆਂ ਦੀ ਬਾਣੀ ਦਾ ਤਾਰਾ ਕਰ ਲਿਆ ਗੋਇੰਦਵਾਲ ਤੋਂ, ਅਤੇ ਆਪਣੀਆਂ ਕਵਿਤਾਵਾਂ ਰਚੀਆਂ ਇਸ ਨੇ, ਮਿਹਰਬਾਨ ਨੇ। ਨਾਮ ਲਾ ਤਾ ਨਾਨਕ, ਉਹ ਕਵਿਤਾ ਹੀ ਰਚਦਾ ਸੀ, ਬਾਣੀ ਥੋੜ੍ਹੀ ਸੀ। ਹੁਣ ਕਬੀਰ ਸਾਹਿਬ ਜੀ ਤਾਂ ਬਾਣੀ ਰਚਦੇ ਸੀਗੇ, ਅਤੇ ਜਿਹੜੇ ਹੋਰ ਆਪਣੇ ਆਪ ਨੂੰ ਜਿਹੜੇ ਅਖੌਤੀ ਭਗਤ ਬਣੇ ਸੀਗੇ, ਉਹ ਤਾਂ ਕਵੀ ਸੀਗੇ। ਉਹਨਾਂ ਨੇ ਕਬੀਰ ਸਾਹਿਬ ਦੀ ਰੀਸ ਕਰ ਕਰਕੇ ਵੀ ਖਰਿਆ ਸੋ ਇੱਦਾਂ ਕਵਿਤਾਵਾਂ ਬਣਾਵਾਂਗੇ, ਕਬੀਰ ਕਵਿਤਾ ਬਣਾਉਂਦਾ ਅਤੇ ਸਾਡੀ ਵੀ ਪੂਜਾ ਹੋਵੇਗੀ। ਕਬੀਰ ਨੂੰ ਕਹਿਣਾ ਪੈ ਗਿਆ ਇਸੇ ਕਰਕੇ, ਲੋਕ ਜਾਣੈ ਗੀਤ ਹੈ ਤੂੰ ਬ੍ਰਹਮ ਵਿਚਾਰ। ਇਹ ਕਵਿਤਾ ਨਹੀਂ ਹੈ ਕੋਈ, ਕਹਿੰਦੇ ਬ੍ਰਹਮ ਦੀ ਵਿਚਾਰ ਹੈ। ਹੁਣ ਉਸੇ ਕਬੀਰ ਸਾਹਿਬ ਨੇ ਫਿਰ ਇੱਥੇ ਤਰਕ ਕੀਤੀ, ਕਹਿੰਦੇ ਕਬਿਤ ਪੜ੍ਹੇ ਪੜ੍ਹ ਕਵਿਤਾ ਮੂਏ। ਕਹਿੰਦੇ ਕਵਿਤ ਰਚੇ, ਕਵਿਤਾਵਾਂ ਰਚੀਆਂ, ਅਤੇ ਜਿਹਨਾਂ ਨੇ ਰਚੀਆਂ ਉਹ ਵੀ ਮਰੇ, ਜਿਨ੍ਹਾਂ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ ਉਹ ਵੀ ਮਰੇ। ਪੱਲੇ ਦੋਨਾਂ ਦੇ ਕੁਝ ਨਹੀਂ ਪਿਆ। ਕਹਿੰਦੇ ਕਪੜ ਕੇਦਾਰ ਜਾਇ। ਇੱਕ ਕੇਦਾਰਨਾਥ ਯੂਪੀ ਸਟੇਟ ਦੇ ਵਿੱਚ ਇੱਕ ਮੰਦਰ ਪੈਂਦਾ। ਜਦੋਂ ਹੇਮਕੁੰਟ ਸਾਹਿਬ ਜਾਓ ਅਤੇ ਉਹ ਕੇਦਾਰਨਾਥ ਸਾਈਡ ਨੂੰ ਪੈ ਜਾਂਦਾ। ਉਹ ਵੀ ਸ਼ਿਵ ਜੀ ਦਾ ਮੰਦਰ ਮੰਨਿਆ ਜਾਂਦਾ ਵੀ ਪਾਂਡਵਾਂ ਤੋਂ ਹਾਰ ਕੇ ਅਤੇ ਸ਼ਿਵ ਜੀ ਸੋ ਭੈਂਸੇ ਦੇ ਰੂਪ ਦੇ ਵਿੱਚ ਇੱਥੇ ਆਏ ਸੀ। ਅੱਜ ਤਾਈਂ ਉੱਥੇ ਉਹ ਆਪ ਹੀ ਇਤਿਹਾਸ ਦੱਸਦੇ ਆ ਵੀ ਇਹ ਭੈਂਸੇ ਦੇ ਰੂਪ ਦੇ ਵਿੱਚ ਸ਼ਿਵ ਜੀ ਇੱਥੇ ਕਹਿੰਦੇ ਛਪਨ ਹੋਏ ਸੀ। ਉਹਦੇ ਜਿਹੜੇ ਪੁਜਾਰੀ ਆ, ਉਹਨਾਂ ਨੂੰ ਕਿਹਾ ਹੋਇਆ ਕਪੜ, ਉਹ ਹੈ ਨਾ ਸਰੀਰ ਦੇ ਉੱਤੇ ਜਿਹੜੇ ਕੱਪੜੇ ਪਹਿਨਦੇ ਨੇ, ਉਹ ਟਾਕੀਆਂ ਜਿਹੀਆਂ ਦਾ, ਲੀਰਾਂ ਟਾਕੀਆਂ ਇਕੱਠੀਆਂ ਕਰਕੇ, ਅਤੇ ਉਹ ਕੱਪੜੇ ਇੱਦਾਂ ਦੇ ਪਾਉਂਦੇ ਆ, ਅਤੇ ਕੇਦਾਰਨਾਥ ਦੀ ਯਾਤਰਾ ਕਰਦੇ। ਕਹਿੰਦੇ ਇੱਦਾਂ ਕੀ ਬਣ ਜਾਣਾ। ਕਬੀਰ ਸਾਹਿਬ ਜੀ ਕਹਿੰਦੇ ਵੀ ਇੱਦਾਂ ਕੇਦਾਰਨਾਥ ਦੀ ਯਾਤਰਾ ਕਰਨ ਦੇ ਨਾਲ, ਇੱਦਾਂ ਦੇ ਕੱਪੜੇ ਪਾਉਣ ਦੇ ਨਾਲ ਮੁਕਤੀ ਮਿਲ ਜੂ। ਜਿਹੜਾ ਆਪ ਭੈਂਸੇ ਦੀ ਸ਼ਕਲ ਵਿੱਚ ਆਣ ਕਿੱਥੇ ਬਹਿ ਗਿਆ, ਪਾਂਡਵਾਂ ਤੋਂ ਡਰਦਾ ਹੋਇਆ, ਤਿਉਹਾਰ ਖਾ ਕੇ, ਸੋ ਇਹ ਤੁਹਾਡਾ ਆਧਾਰ ਕਰ ਦਿਓ। ਕਬੀਰ ਸਾਹਿਬ ਜੀ, ਉਹਨਾਂ ਦੀ ਤਰਕ ਬੜੀ ਹੁੰਦੀ ਸੀ ਕਬੀਰ ਸਾਹਿਬ ਜੀ ਦੀ, ਸੱਚੀ ਗੱਲ ਕਰਦੇ ਹੁੰਦੇ ਸੀ, ਕਿਉਂਕਿ ਇਲਾਹੀ ਫਰਮਾਨ ਹੁੰਦਾ ਸੀ ਉਹਨਾਂ ਨੂੰ ਰੱਬ ਦੀ ਗੱਲ, ਰੱਬ ਉਹਨਾਂ ਨੂੰ ਕਹਿੰਦਾ ਸੀ ਆਹ ਗੱਲ ਬੋਲਦੇ। ਇਸ ਕਰਕੇ ਉਹ ਕਿਸੇ ਤੋਂ ਝਕੇ ਨਹੀਂ, ਕਿਸੇ ਤੋਂ ਡਰੇ ਨਹੀਂ, ਅਤੇ ਅੱਜ ਤੱਕ ਉਹਨਾਂ ਦੀ ਬਾਣੀ ਦਾ ਡੰਕਾ ਵੱਜਦਾ ਪਿਆ ਵੀ ਹਾਂ ਜੋ ਕਬੀਰ ਨੇ ਕਹਿ ਦਿੱਤਾ ਉਹ ਸੱਤ ਹੈ। ਕਹਿੰਦੇ ਇਹ ਕਪੜ ਕੇਦਾਰ ਹੈ ਜਾਏ, ਕੇਦਾਰਨਾਥ ਵੱਲ ਨੂੰ ਜਾਂਦੇ ਆ। ਕਹਿੰਦੇ ਕਾਪੜੀਏ ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਾਤ ਇਨ ਹੈ ਨਾ ਪਾਈ। ਗੁਰੂ ਸਾਹਿਬ ਜੀ ਦਾ ਕੇਸ ਰਖਾਏ ਸਾਡੇ ਮਹਾਰਾਜ, ਕਹਿੰਦੇ ਕੇਸਾਂ ਦੀ ਸੰਭਾਲ ਕਰਨੀ ਬਈ। ਕੇਸਾਂ ਦੀ ਸੰਭਾਲ ਤਾਂ ਤਦੇ ਹੋਣੇ ਤੇ ਇਸ਼ਨਾਨ ਹੋਵੇ ਕੇਸਾਂ ਦਾ,
ਫਿਰ ਕੰਘਾ ਹੋਵੇ, ਕੰਘਾ ਤਾਂ 2 ਵਕਤ ਕਰਨ ਵਾਸਤੇ ਮਹਾਰਾਜ ਨੇ ਕਿਹਾ। ਇਸ਼ਨਾਨ ਕਰਨਾ ਤਾਂ ਹੁਣ ਇਸ਼ਨਾਨ ਤਾਂ ਫਿਰ ਰੋਜ਼ ਹੈ ਨਾ, ਜੇ ਕੇਸਾਂ ਦਾ ਇਸ਼ਨਾਨ ਨਹੀਂ ਤਾਂ ਇਸ਼ਨਾਨ ਕਾਹਦਾ, ਅਧੂਰਾ ਇਸ਼ਨਾਨ ਹੋ ਜਾਂਦਾ। ਸੋ 2 ਵਕਤ ਕੰਘਾ ਕਰਨ ਵਾਸਤੇ ਕਿਹਾ। ਕੇਸਾਂ ਦੀ ਸੰਭਾਲ, ਫਿਰ ਕੇਸਾਂ ਦੀ ਸੰਭਾਲ ਵਾਸਤੇ ਦਸਤਾਰ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈ ਹੈ। ਕੇਸਾਂ ਦੀ ਬਹੁਤ ਸੰਭਾਲ ਕਰਨ ਲਈ ਮਹਾਰਾਜ ਨੇ ਕਿਹਾ ਹੋਇਆ ਹੈ। ਅਤੇ ਇਹ ਐਸੇ ਵੀ ਪੰਥ ਨੇ ਜੋਗੀਆਂ ਦੇ ਜਿਹੜੇ ਫਿਰ ਕੇਸ ਤਾਂ ਰੱਖਦੇ ਨੇ ਪਰ ਕੇਸਾਂ ਦੀ ਸੰਭਾਲ ਨਹੀਂ ਕਰਦੇ ਜੀ। ਸੋ ਕਿ ਉਹਨਾਂ ਦੀਆਂ ਜਟਾਂ ਬਣਾ ਲੈਂਦੇ ਨੇ, ਬੋੜ ਦਾ ਦੁੱਧ ਜਿਹਾ ਲਾ ਕੇ ਜਟਾਂ ਬਣਾਉਣੇ ਤੇ ਮੁਸ਼ਕ ਆਉਂਦਾ ਕੇਸਾਂ ਦੇ ਵਿੱਚੋਂ। ਜਟਾ ਧਾਰ ਧਾਰ ਜੋਗੀ ਮੂਹੇ ਮਰ ਗਏ। ਕਬੀਰ ਸਾਹਿਬ ਜੀ ਕਹਿੰਦੇ ਪੱਲੇ ਕੱਖ ਨਹੀਂ ਪਿਆ ਉਹਨਾਂ ਦੇ। ਤੇਰੀ ਗੱਤ ਇਨ ਹੈ ਨਾ ਪਾਈ, ਨਾ ਤਾਂ ਕਾਪੜੀਆਂ ਨੇ ਤੇਰੀ ਅਵਸਥਾ ਨੂੰ ਧਾਰਨ ਕੀਤਾ, ਤੇਰੀ ਅਵਸਥਾ ਨੂੰ ਸਮਝ ਸਕੇ ਤੇ ਤੇਰੇ ਧਰਮ ਨੂੰ ਸਮਝ ਸਕੇ, ਨਾ ਕੋਈ ਜਿਹੜੀ ਗੱਤ ਪਾਉਣੀ ਸੀ ਨਾ ਤੁਰੀਆ ਅਵਸਥਾ 3 ਗੁਣਾਂ ਤੋਂ ਉੱਪਰ ਵਾਲੀ ਜਿਹੜੀ ਗੱਤ, ਪਰਮ ਗੱਤ ਜਿਹਨੂੰ ਕਿਹਾ ਜਾਂਦਾ, ਇਹਨਾਂ 'ਚੋਂ ਕੋਈ ਪ੍ਰਾਪਤ ਕਰ ਸਕਿਆ। ਨਾ ਕੋਈ ਜੋਗੀ ਪਹੁੰਚਿਆ, ਨਾ ਕਾਪੜੀਆ ਪਹੁੰਚਿਆ, ਨਾ ਕੋਈ ਬੁੱਤ ਪੂਜਣੇ ਵਾਲਾ ਪਹੁੰਚਿਆ, ਨਾ ਪੱਛਮ ਵਾਲੇ ਪਾਸੇ ਸਿਰ ਨੀਵਾਂ ਕਰਨੇ ਵਾਲਾ ਪਹੁੰਚਿਆ। ਕਹਿੰਦੇ ਦਰਬ ਸੰਚ ਸੰਚ ਰਾਜੇ ਮੂਏ, ਗੱਡਲੇ ਕੰਚਨ ਭਾਰੀ। ਰਾਜੇ ਇਹ ਕਿਹੜੇ ਕੰਮ 'ਚ ਲੱਗੇ ਹੋਏ? ਕਹਿੰਦੇ ਦਰਬ, ਦਰਬ ਕੀ ਹੈ? ਦੌਲਤ, ਧਨ ਦੌਲਤ। ਸੰਚ ਸੰਚ ਇਕੱਤਰ ਕਰਨੇ, ਵੀ ਮੈਂ ਵੱਧ ਤੋਂ ਵੱਧ ਦੌਲਤ ਇਕੱਠੀ ਕਰ ਲਵਾਂ, ਜਿੰਨਾ ਮੇਰਾ ਖਜ਼ਾਨਾ ਵੱਡਾ ਹੋਵੇਗਾ ਓਨਾ ਮੈਂ ਵੱਡਾ ਰਾਜਾ ਹੋ ਜਾਵਾਂਗਾ। ਅਤੇ ਦੌਲਤ ਇਕੱਠੇ ਕਰਦੇ 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 ਮਰ ਗਏ। ਧਰਤੀ ਦੇ ਵਿੱਚ ਪਤਾ ਨਹੀਂ ਕਿੰਨਿਆਂ ਕੁ ਰਾਜਿਆਂ ਦਾ ਜਿਹੜਾ ਧਨ ਹੈ ਉਹ ਦੱਬਿਆ ਹੋਇਆ। ਅੱਜ ਜਦੋਂ ਸੁਜਾਈਏ ਪਟਨਾ ਸਾਹਿਬ, ਪਟਨਾ ਸਾਹਿਬ ਤੋਂ 100 ਕਿਲੋਮੀਟਰ ਸਾਈਡ 'ਤੇ ਰਾਜਗਿਰੀ ਇੱਕ ਜਗ੍ਹਾ ਪੈਂਦੀ ਹੈ, ਅਤੇ ਉੱਥੇ ਹੀ ਜਰਾਸੰਧ ਦਾ ਕਿਲ੍ਹਾ ਆ। ਉੱਥੇ ਹੋਰ ਵੀ ਇਤਿਹਾਸਿਕ ਨਿਸ਼ਾਨੀਆਂ ਨੇ। ਅਤੇ ਉੱਥੇ ਇੱਕ ਗੁਫਾ ਆ। ਅੰਗਰੇਜ਼ ਵੀ ਇਸ ਗੱਲ ਨੂੰ ਮੰਨ ਗਏ ਸੀ ਵੀ ਇਸ ਜਗ੍ਹਾ ਦੇ ਉੱਤੇ ਧਨ ਆ ਪਾਤਸ਼ਾਹੀਆਂ ਦਾ, ਪਤਾ ਨਹੀਂ ਕਿੰਨਿਆਂ ਕੁ ਰਾਜਿਆਂ ਦਾ ਧਨ ਉੱਥੇ ਦੱਬਿਆ ਹੋਇਆ। ਉਹ ਖਜ਼ਾਨਾ ਲੈਣ ਵਾਸਤੇ ਉਹਨਾਂ ਨੇ ਤੋਪ ਦੇ ਗੋਲਿਆਂ ਦਾ ਵੀ ਇਸਤੇਮਾਲ ਕੀਤਾ। ਤੋਪਾਂ ਚਲਾਉਂਦੇ ਸੀਗੇ, ਤੋਪਾਂ ਚਲਾਉਂਦੇ, ਮਾੜੀ ਜਿਹੀ ਕੰਕਰ ਥੱਲੇ ਲੈਂਦੀ ਸੀ, ਦਰਵਾਜ਼ਾ ਨਹੀਂ ਖੁੱਲ੍ਹਿਆ ਉਹਨਾਂ ਕੋਲ, ਪੱਥਰ ਦਾ ਦਰਵਾਜ਼ਾ ਲੱਗਾ। ਅੱਜ ਤੇ ਨਿਸ਼ਾਨੀਆਂ ਮੌਜੂਦ ਆ ਉੱਥੇ। ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਦਰਵਾਜ਼ਾ ਪੱਥਰ ਦਾ ਬੰਦ ਆ, ਵੀ ਗੈਸਾਂ ਦੇ ਨਾਲ ਬੰਦ ਆ, ਜੇ ਖੁੱਲ੍ਹ ਗਿਆ ਤਾਂ ਤਬਾਹੀ ਮੱਚ ਜਾਣੀ ਸਾਰੀ। ਵੀ ਗੈਸਾਂ ਦੇ ਨਾਲ ਉਹ ਦਰਵਾਜ਼ਾ ਬੰਦ, ਕਿੱਦਾਂ ਦੀ ਤੈਕਨੋਲੋਜੀ ਹੋਵੇਗੀ? ਖਜ਼ਾਨਾ ਤਾਂ ਸਾਂਭਿਆ ਗਿਆ ਪਰ ਵਰਤਦਾ ਕੌਣ ਆ? ਉਹ ਤਾਂ ਕਿਸੇ ਵਰਤੋਂ 'ਚ ਹੀ ਨਹੀਂ, ਕਿਸੇ ਦੀ ਵਰਤੋਂ 'ਚ ਨਹੀਂ ਹੈ। ਰਾਜਿਆਂ ਨੇ ਧਨ ਦੌਲਤ ਤਾਂ ਇਕੱਠੀ ਕੀਤੀ ਪਰ ਇੱਥੇ ਹੀ ਰਹਿ ਗਈ, ਨਾ ਨਾਲ ਲਿਜਾ ਸਕੇ, ਅਤੇ ਜੇ ਕਿਸੇ ਤੇ ਲੁਕੋ ਕੇ ਰੱਖੀ ਆ ਤਾਂ ਉਹ ਕਿਸੇ ਦੇ ਵਰਤੋਂ ਵਿੱਚ ਵੀ ਨਹੀਂ। ਅਤੇ ਜੇ ਆਪ ਹੱਥੀਂ ਲਾ ਗਿਆ ਕਿਤੇ ਕਿਸੇ ਨੂੰ ਦੇ ਗਿਆ ਕੁਝ, ਸੋ ਭਲਾਈ ਦੇ ਕੰਮ ਕਰ ਗਏ, ਉਹ ਵਰਤੋਂ ਵਿੱਚ ਹੈ, ਉਹ ਕਰਮ ਬਣ ਗਿਆ ਨਾ, ਚੰਗਾ ਕਰਮ ਬਣ ਗਿਆ। ਪਹਿਲੀ ਗੱਲ ਤਾਂ ਮਾਇਆ ਇਕੱਠੀ ਹੁੰਦੀ ਨਹੀਂ ਮਾੜਾ ਕਰਮ ਕਰਨ ਤੋਂ ਬਿਨਾਂ। ਮਹਾਰਾਜ ਦੀ ਬਾਣੀ ਕਹਿੰਦੀ, ਕਹਿੰਦੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਸੋ ਜੇ ਮਾੜਾ ਕਰਮ ਕਰਨ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤਾਂ ਇਕੱਠੀ ਜ਼ਰੂਰੀ ਕਰਨੀ। ਜੇ ਇਕੱਠੀ ਹੋ ਗਈ, ਫਿਰ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕਾਰੂ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਸੀ, ਕਹਿੰਦੇ ਭਾਈ ਇਸ ਮਾਇਆ ਨੂੰ ਹੁਣ ਚੰਗੇ ਪਾਸੇ ਲਾ ਦੇ, ਇਹਨੂੰ ਆਜ਼ਾਦ ਕਰ ਦੇ, ਇਹਨੂੰ ਖੋਲ੍ਹ ਦੇ। ਕਾਹਨੂੰ ਬੰਨ੍ਹ ਕੇ ਰੱਖਿਆ? ਮਾਇਆ ਨੂੰ ਬੰਨ੍ਹ ਕੇ ਰੱਖਾਂਗਾ, ਇਹਨੇ ਤੈਨੂੰ ਬੰਨ੍ਹ ਲੈਣਾ, ਇਹਨੇ ਤੈਨੂੰ ਬੰਨ੍ਹ ਲੈਣਾ। ਕਹਿੰਦੇ ਫਿਰ ਕਾਰੂ ਬਾਦਸ਼ਾਹ ਨੂੰ ਅਕਲ ਆ ਗਈ, ਉਹਨੇ ਫਿਰ ਮਾਇਆ ਨੂੰ ਆਜ਼ਾਦ ਕੀਤਾ ਸੀ। ਹੁਣ ਇੱਥੇ ਕਬੀਰ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਦਰਬ ਸੰਚ ਸੰਚ ਰਾਜੇ ਮੂਏ, ਧਨ ਦੌਲਤ ਇਕੱਠੇ ਕਰਦੇ ਕਰਦੇ ਰਾਜੇ ਮਰ ਗਏ। ਗੱਡ ਲੈ ਕੰਚਨ ਭਾਰੀ, ਪਤਾ ਨਹੀਂ ਕਿੰਨੇ ਕੁ ਭਾਰ, ਕਿੰਨੀਆਂ ਕੁ ਗਾਗਰਾਂ ਸੋਨੇ ਦੀਆਂ ਮੋਹਰਾਂ ਦੀਆਂ ਉਹਨਾਂ ਨੇ ਥੱਲੇ ਜ਼ਮੀਨ ਦੇ ਵਿੱਚ ਕਹਿੰਦੇ ਗੱਡ ਦਿੱਤੀਆਂ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਸੋ ਜਿਹੜੇ ਪੰਡਿਤ ਨੇ ਉਹ ਵੇਦ ਪੜ੍ਹੀ ਗਏ, ਵੇਦ ਪੜ੍ਹੀ ਗਏ, ਜੀਵਨ ਉਹਨਾਂ ਨੂੰ ਵੀ ਨਹੀਂ ਮਿਲਿਆ। ਜਿਹੜਾ ਅੰਦਰਲਾ ਜੀਵਨ ਸੀਗਾ ਨਿਰਾ ਫੋਕੇ ਗਿਆਨ ਵਿੱਚ ਜੀਵਨ ਨਹੀਂ ਹੈ, ਵੀ ਫੋਕਾ ਹੀ ਗੱਲ। ਜੇ ਕਮਾਈ ਕੋਈ ਨਹੀਂ ਨਾ, ਬੰਦਾ ਚੱਲਿਆ ਨਹੀਂ, ਫਿਰ ਬਾਣੀ ਦਾ ਵੀ ਫੋਕਾ ਗਿਆਨ ਨਹੀਂ, ਇਕੱਲਾ ਨੌਲੇਜ ਹੀ ਲੈ ਲਈ ਨਾ, ਆਪਣਾ ਜੀਵਨ ਨਹੀਂ ਬਦਲਿਆ, ਆਪਣੇ ਆਪ 'ਤੇ ਨਹੀਂ ਢਾਲੇ। ਹੁਣ ਜਿਹੜਾ ਬਾਣੀ ਨੂੰ ਪੜ੍ਹਦਾ, ਬਾਣੀ ਦਾ ਵਿਖਿਆਨ ਕਰਨੇ ਵਾਲਾ, ਪਹਿਲਾ ਉਪਦੇਸ਼ ਤਾਂ ਉਹਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਥਮੇ ਮਨ ਪ੍ਰਬੋਧੋ ਆਪਣਾ। ਸਾਡੇ ਮਨ 'ਤੇ ਜੋ ਰੰਗਣ ਚੜ੍ਹੀ ਹੋਈ ਆ ਉਹਦੇ ਉੱਤੇ ਰੰਗ ਚੜ੍ਹਾਵੋ ਬਾਣੀ ਦਾ। ਹੁਣ ਸੰਸਾਰ ਦੀ ਰੰਗਤ ਚੜ੍ਹੀ ਹੋਈ ਆ, ਬਾਣੀ ਦਾ ਰੰਗ ਉੱਪਰ ਚੜ੍ਹ ਜਾਣਾ ਜੇ ਤੂੰ ਕੋਸ਼ਿਸ਼ ਕਰੇ। ਬਾਣੀ ਦਾ ਰੰਗ ਚੜ੍ਹ ਜਾਂਦਾ, ਹਰੇਕ ਜਗ੍ਹਾ 'ਤੇ ਚੜ੍ਹ ਜਾਂਦਾ, ਰੰਗ ਹੀ ਐਸਾ ਹੈ।
ਇਹ ਰੰਗ ਹੀ ਇਹ ਕੌਡੇ ਰਾਖਸ਼ ਤੇ ਚੜ੍ਹ ਗਿਆ, ਸੱਜਣ ਠੱਗ ਤੇ ਚੜ੍ਹ ਗਿਆ, ਸਾਡੇ ਤੇ ਨਹੀਂ ਚੜ੍ਹੂਗਾ, ਕੋਸ਼ਿਸ਼ ਹੀ ਨਹੀਂ ਕਰਦੇ। ਸੋ ਬਾਣੀ ਦਾ ਰੰਗ ਐਸਾ ਜਿਹੜਾ ਕਿ ਹਰੇਕ ਮਨ ਦੇ ਉੱਤੇ ਚੜ੍ਹ ਜਾਂਦਾ, ਬਾਣੀ ਦਾ ਰੰਗ ਐਸਾ। ਹੁਣ ਇੱਥੇ ਕਬੀਰ ਸਾਹਿਬ ਕਹਿੰਦੇ ਨੇ, ਕਿਰਪਾ ਕਰਦੇ ਨੇ, ਕਹਿੰਦੇ ਪੰਡਿਤ ਲੋਕ ਜਿਹੜੇ ਨੇ ਵੇਦ ਪੜ੍ਹ ਪੜ੍ਹ ਕੇ ਮੂਏ ਮਰ ਗਏ, ਕਹਿੰਦੇ ਖੱਪ ਖੱਪ ਕੇ, ਪੱਲੇ ਕੁਝ ਨਹੀਂ ਪਿਆ, ਜੀਵਨ ਨਹੀਂ ਬਦਲਿਆ, ਲਾਲਚੀ ਬਣ ਕੇ ਸੌਂ ਕੇ, ਕਹਿੰਦੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੱਤਾ। ਰੂਪ ਦੇਖ ਦੇਖ ਨਾਰੀ, ਇਹ ਨਾਰੀ ਨੂੰ ਕਹਿ ਦਿੱਤਾ ਹੈ। ਸੋ ਆਪਣਾ ਰੂਪ ਵਾਰ-ਵਾਰ ਤੱਕਣਾ, ਵਾਰ-ਵਾਰ ਦੇਖਣਾ, ਕਿਵੇਂ ਸੋਹਣੀ ਲੱਗਦੀ, ਕਹਿੰਦੇ ਸੋ ਉਹ ਆਪਣਾ ਰੂਪ ਦੋਖ ਦੇਖ ਕੇ ਹੀ ਕਹਿੰਦੇ ਖਤਮ ਹੋ ਗਈ। ਕਹਿੰਦੇ ਰਾਮ ਨਾਮ ਬਿਨ ਸਭੈ ਬਿਗੁਤੇ, ਦੇਖੋ ਨਿਰਕ ਸ਼ਰੀਰਾ। ਪਰਮਾਤਮਾ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾ ਬਿਗੁਤੇ ਹੁੰਦਾ, ਖਰਾਬ ਹੋਣਾ। ਕਹਿੰਦੇ ਸਾਰੇ ਹੀ ਖਰਾਬ ਹੀ ਹੁੰਦੇ ਪਾਤਸ਼ਾਹ। ਕਹਿੰਦੇ ਦੇਖੋ ਨਿਰਖ ਸ਼ਰੀਰਾ, ਨਿਰਖ ਹੁੰਦਾ ਗੌਰ ਦੇ ਨਾਲ ਤੱਕਣਾ, ਗੌਰ ਨਾਲ ਤੱਕ। ਜਿੰਨੇ ਸਰੀਰ ਨੇ ਸਾਰਿਆਂ ਨੂੰ ਗੌਰ ਨਾਲ ਤੱਕ ਲਾ। ਸੋ ਸਾਰੇ ਸੰਸਾਰ ਨੂੰ ਗੌਰ ਨਾਲ ਤੱਕਦਾ ਨਾ, ਕਿਹੜਾ ਸਫਲ ਹੋਇਆ। ਇੱਥੇ ਕਬੀਰ ਸਾਹਿਬ ਕਹਿੰਦੇ ਸਾਰੇ ਹੀ ਖਰਾਬ ਹੋ ਰਹੇ ਨੇ। ਹੁਣ ਦੇਖੋ ਨਿਰਖ ਸਰੀਰ ਆ, ਆਪਣੇ ਆਪ ਨੂੰ ਵੀ ਤੱਕ ਜਰਾ। ਤੂੰ ਆਪਣੇ ਆਪ ਨੂੰ ਵੇਖਦਾ ਸੀ ਵੀ ਤੂੰ ਕੀ ਕਰਦਾ, ਆਪਣੇ ਸਰੀਰ ਨੂੰ ਵੀ ਦੇਖ ਲੈ, ਸਰੀਰ ਦੇ ਨਾਲ ਕੀ ਕਰਦਾ, ਸਰੀਰ ਮਿਲਿਆ ਕਾਹਦੇ ਵਾਸਤੇ ਹੈ। ਚੰਗੀ ਤਰ੍ਹਾਂ ਦੇਖ ਕਹਿੰਦੇ ਦੇਖੋ ਨਿਰਖ ਸਰੀਰ ਆ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਕਬੀਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਅਵਸਥਾ ਉਹ ਪ੍ਰਾਪਤ ਨਹੀਂ ਹੁੰਦੀ ਹੈ। ਕਹਿੰਦੇ ਜਿਹਨੂੰ ਵੀ ਅਵਸਥਾ ਪ੍ਰਾਪਤ ਹੋਈ ਹੈ ਨਾਮ ਜਪ ਕੇ ਹੀ ਪ੍ਰਾਪਤ ਹੋਈ ਹੈ। ਬਾਕੀ ਕਰਮ ਕਾਂਡ ਹੀ ਆ ਜਾਂਦੇ, ਬਾਕੀ ਤਾਂ ਪ੍ਰਪੰਚ ਹੈ, ਬਾਕੀ ਤਾਂ ਸਾਰਾ ਪ੍ਰਪੰਚ ਹੈ। ਸੋ ਜੇ ਧਾਰਮਿਕ ਕਰਮ ਕਰਦਾ ਵਿੱਚ ਨਾਮ ਨਹੀਂ ਹੈ ਤੇ ਪ੍ਰਪੰਚ ਹੈ। ਧਾਰਮਿਕ ਕਰਮ ਜਿਹੜਾ ਬਿਨ ਨਾਮ ਹੈ ਪੂਜ ਨਾ ਹੋਏ। ਬਾਣੀ ਕਹਿੰਦੇ ਜੇ ਨਾਮ ਨਹੀਂ ਹੈ ਫਿਰ ਪੂਜਾ ਕਾਹਦੀ। ਇਸ ਕਰਕੇ ਨਾਮ ਜ਼ਰੂਰੀ ਹੈ, ਨਾਮ ਤੋਂ ਬਿਨਾਂ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਬੀਰ ਸਾਹਿਬ ਦਾ ਪਾਵਨ ਉਪਦੇਸ਼ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੋ ਅੱਜ ਸੋਰਠ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਭਗਤਾਂ ਦਾ ਜੀਵਨ ਪ੍ਰੈਕਟੀਕਲੀ ਹੋਇਆ, ਉਹਨਾਂ ਨੇ ਹਟਾਇਆ। ਸੋ ਉਹ ਚੱਲੇ ਨੇ, ਜਿਉਂ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲਦੇ ਫਿਰ ਉਹ ਅਵਸਥਾ ਨੂੰ ਪਹੁੰਚੇ ਹੈ ਜਿਸ ਅਵਸਥਾ 'ਤੇ ਗੁਰੂ ਕਹਿੰਦਾ ਵੀ ਇਸ ਅਵਸਥਾ 'ਤੇ ਭਾਈ ਪਹੁੰਚਣਾ ਜ਼ਰੂਰੀ, ਉਹ ਤੋਂ ਬਿਨਾਂ ਛੁਟਕਾਰਾ ਨਹੀਂ ਹੈ, ਉਹ ਤੋਂ ਬਿਨਾਂ ਛੁਟਕਾਰਾ ਨਹੀਂ। ਉਹ ਅਵਸਥਾ ਤਾਈਂ ਪ੍ਰਾਪਤ ਹੋਏ ਨੇ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾਂ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕ੍ਰਿਸ਼ਾਨ ਸੁਖ ਮਨਿਆ ਵਿਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਠੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਦਵਾਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋ ਤਿਤ ਕਰਨ ਹੱਦ, ਵਾਜੇ ਅਨ ਸੁਣੋ ਵਡ ਭਾਗੀਓ। ਸਗਲ ਮਨੋਰਥ ਪੂਰੇ, ਭਾਰ ਬ੍ਰਹਮ ਪ੍ਰਪਾਇਆ ਉਤਰੇ। ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ। ਕਹਿਤੇ ਪਵਿੱਤ ਸਤ ਗੁਰ ਰਹਾ ਭਰਪੂਰੇ, ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ। ਕਹਿਤੇ ਪਵਿੱਤ
ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮਰਾ ਅੰਤ ਊਚੇ ਤੇ ਊਚਾ ਭਗਵੰਤ। ਸਗਸ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਕੀ ਸਹਾਈ। ਵਾਹਿਗੁਰੂ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ। ਗੁਰਮਤਿ ਸੰਗਤ ਗੁਰਬਾਣ ਨਹੀਂ ਧਿਆਈ। ਤਿਰੰਗਤ ਕਰਤੇ ਅਰਦਾਸ ਰਾਮਦਾਸ ਸੈਣੀ ਸਹਾਈ। ਅਰਜਨ ਹਰਿ ਗੁਰੂ ਸਤਿਗੁਰੂ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਕੇ ਸਭ ਪੁਜਾਏ। ਤੇਗ ਬਹਾਦਰ ਸਿਮਰਿਆ ਕਰਵਾਉਣ ਦੀ ਆਸ ਧਾਈ। ਸੰਤਾਈ ਸਹਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ ਹੁਣ ਸਹਾਈ। ਦਸਾਂ ਪਾਤਸ਼ਾਹ ਜੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਡੀਆਂ ਜੱਟੀਆਂ, ਕਬੀਆਂ, ਸਤਿਗੁਰਾਂ ਜਿਨ੍ਹਾਂ ਤੇਰਾ ਨਾਮ ਚੁੱਕਿਆ ਵੜ ਚੁੱਕਿਆ। ਦੇਗ ਜਲਾਈ ਤੇ ਵਾਹਿਗੁਰੂ ਦੇ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮੇਲ ਸੀਸ ਦਿੱਤੀ, ਬੰਦ ਦਵਾਈ ਖੋਪਰੀਆਂ ਨਹਾਈਆਂ ਚਰਖੜੀਆਂ ਤੇ ਚੜ੍ਹੀ ਕਨਾਰਿਆਂ ਨਾਲ ਚਿਰਵਾਈ। ਗੁਰਦੁਆਰਿਆਂ ਦੀ ਸੇਵਾ ਵਿੱਚ ਕੁਰਬਾਨੀਆਂ ਕੀਤੀਆਂ, ਘਰ ਨਿਖਾਰਿਆ ਕਿਸੇ ਦੇ ਕੇਸਾਂ ਸਵਾਸਾਂ ਨਾਲ ਲਾਏ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ। ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਾ ਜਾ ਖਾਲਸਾ ਜੀ ਸਾਹਿਬਾ ਧਨ ਸਿਆਰੀ ਆਏ। ਦੇਖ ਦੇਖ ਫਤਿਹ ਗੁਰਤ ਕੀ ਪੈਜ ਪੰਥ ਕੀ ਸਹਿਜ ਸਹਾਈ। ਖਾਲਸਾ ਜੀ ਕੀ ਗੁਰਬਾਣੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਪੁਰਸਾ ਦਾਨ, ਦਾਨ, ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ। ਚੌਕੀਆਂ ਝੰਡੇ ਗੁੰਗੇ ਗੁਰਗੜ੍ਹ ਡਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਬਾਨੀ ਬਾਬਾ ਤੁਲਸੀ ਮਨ ਪਤ ਕੇ ਰੱਖਿਆ ਵਾਹਿਗੁਰੂ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਪਾਰ ਮੇਰ ਕਰਿਆ ਕਰ ਦਰਸ਼ਨ ਦਾਮਤ ਵਿਦੇ ਦੇ ਦੀਵਾਨ ਸਜੇ। ਸਜੇ ਦੀਵਾਨਾਂ ਦਾ ਤਨੇਮ ਦੀਆਂ ਬਾਣੀਆਂ ਚ ਜਾਪ ਵਿਆਸਾ ਜੀ ਦੀ ਵਾਰ ਨੇ ਕੀਰਤਨ ਸ਼ਬਦ ਦੀ ਵਿਚਾਰ ਰਾਮ ਸਾਹਿਬ ਤੋਂ ਸ਼੍ਰੀ ਪੌਣੇ ਤੋਂ ਪ੍ਰਾਪ ਹੋਏ। ਖੁੱਲਾ ਚੁੱਕਾ ਦੀ ਜਮਾ ਕਰਨੀ ਬਾਣੀ ਦਾ ਮਹਾਤਮ ਸੰਗਤਾਂ ਨੂੰ ਬਖਸ਼ਣਾ ਤੇ ਨਿਰਭਰ ਹਾਰ ਕਰਨਾ। ਸਰਬੱਤ ਸੰਗਤਾਂ ਦੀਆਂ ਕਾਮਨਾਵਾਂ ਗੁਰਮੁਖ ਸਾਹਿਬ ਪੂਰੀਆਂ ਕਰਨੀਆਂ। ਬਖਸ਼ਿਆ ਦਾਤਾ ਨੂੰ ਬੜਾ ਸ਼ਬਦ ਦੀ ਕਮਾਈ ਤੇ ਗਰੀਬ ਆਫਸਾ ਸੋਚ ਚਾਵੜਾ ਵਰਤੋਂ ਲਗਾਏ। ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਜੀ ਛਕਿਆ ਉਹਦਾ ਨਾਮ ਜਪੇ ਪਾਵਨ ਤੇ ਬਖਸ਼ੋ ਸੰਗਤਾਂ ਨੂੰ ਜੀ। ਸਹੀ ਪਿਆਰੇ ਮੇਰੇ ਜਨਾਂ ਦੇ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ। ਆਕੀ ਰਹੇ ਨ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋ ਉਤਰੇ ਪਾਰ, ਗੁਰੂ ਪਾਰ ਉਤਾਰਨ ਹਾਰ। ਕਲਗੀ ਸੋਏ ਸੀਸ, ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੂਹੀ ਮਹਲਾ ਪੰਜਵਾਂ। ਜਿਸ ਕੇ ਸਿਰ ਊਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ। ਜਿਸ ਕੇ ਸਿਰ ਊਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ। ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਤੇਰੇ ਸੇਵਕ ਕੋ ਬਹੁ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਰਹਾ ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨ ਮਿਟੈ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੈ। ਤੇਰੀ ਸ਼ਰਨ ਤੇਰਾ ਪਰਵਾਸੈ, ਪੰਚ ਦੁਸ਼ਟ ਲੈ ਸਾਧੈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।